सत श्री अकाल प्यारे विद्यार्थियों, पंजाबी एजुकेशन चैनल में आप जी का हार्दिक स्वागत है। प्यारे बच्चों, इस पाठ दे विच असी मर्दां दे लोक नाचां की गल करांगे। जिवें कि असी उपर औरतां दे वख-वख लोक नाचां बारे एक वीडियो राहीं तुहाडे नाल जानकारी साझी कीती है। सो आपां स्क्रीन के उपर तुसीं प्रश्न देख सकते हो, मरदावे लोक नाचां दा संखेप वर्णन करो। ਹੁਣ ਜਿੱਥੇ ਅਸੀਂ ਭੰਗੜੇ ਨੂੰ ਜਾਂ ਲੋਕ ਨਾਚਾਂ ਨੂੰ ਦੋ ਵੰਨਗੀਆਂ ਵਿੱਚ ਵੰਡਦੇ ਹਾਂ। ਪਹਿਲਾ ਹੈ ਔਰਤਾਂ ਦੇ ਲੋਕ ਨਾਚ ਅਤੇ ਮਰਦਾਂ ਦੇ ਲੋਕ ਨਾਚ। ਔਰਤਾਂ ਦੇ ਲੋਕ ਨਾਚਾਂ ਨੂੰ ਆਪਾਂ ਉੱਪਰ ਤਿੰਨ ਭਾਗਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸੋ ਆਓ ਅਸੀਂ ਪੜ੍ਹਦੇ ਹਾਂ ਮਰਦਾਂ ਦੇ ਲੋਕ ਨਾਚ। ਮਰਦਾਵੇ ਲੋਕ ਨਾਚ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਪੰਜਾਬੀਆਂ ਦੀ ਸਰੀਰਕ ਜਿੰਦਾਦਿਲੀ, ਸਾਹਸ, ਸਹਿਣਸ਼ੀਲਤਾ ਦੇ ਗੁਣਾਂ ਦੇ ਫਲਸਰੂਪ ਪੰਜਾਬ ਵਿੱਚ ਕਰੜੀ ਸਰੀਰਕ ਵਰਜਿਸ਼, ਮਾਨਸਿਕਤਾ ਅਤੇ ਧਾਰਮਿਕ ਪ੍ਰਵਿਰਤੀ ਦੇ ਲੋਕ ਨਾਚ ਪ੍ਰਚਲਿਤ ਹਨ। ਇਹਨਾਂ ਦੀ ਪਰੰਪਰਾ ਬਹੁਤ ਪ੍ਰਾਚੀਨ ਹੈ। ਇਹਨਾਂ ਵਿੱਚ ਪੰਜਾਬੀਆਂ ਦੇ ਜੀਵਨ ਦੇ ਅਨੇਕਾਂ ਪਹਿਲੂ ਪੇਸ਼ ਕੀਤੇ ਗਏ ਹਨ। ਅਨੇਕਾਂ ਪ੍ਰਕਾਰ ਦੀ ਉਥਲ ਪੁਥਲ ਦੇ ਬਾਵਜੂਦ ਵੀ ਇਤਿਹਾਸਿਕ ਜੰਗਾਂ ਯੁੱਧਾਂ ਵਿੱਚੋਂ ਲੰਘਦਿਆਂ ਅੱਜ ਵੀ ਸਾਡੇ ਕੋਲ ਅਜੋਕੇ ਰੂਪ ਵਿੱਚ ਮੌਜੂਦ ਹਨ। ਸੋ ਆਓ ਅਸੀਂ ਗੱਲ ਕਰਦੇ ਹਾਂ ਮਰਦਾਂ ਦੇ ਲੋਕ ਨਾਚ। ਮਰਦਾਂ ਦੇ ਲੋਕ ਨਾਚ ਮਲਵਈ ਗਿੱਧਾ, ਜਿਸ ਵਿੱਚ ਮਰਦ ਸਮੂਹਿਕ ਟੋਲੀ ਬਣਾ ਕੇ ਆਪਣੇ ਮਨ ਦੇ ਹਾਵ ਭਾਵ ਨੂੰ ਪੇਸ਼ ਕਰਦੇ ਹਨ। ਧਮਾਲ ਲੋਕ ਨਾਚ ਹੈ, ਜਿਸ ਦੇ ਵਿੱਚ ਬਾਹਾਂ ਨੂੰ ਉਲਾਰ ਕੇ ਲੱਤ ਨੂੰ ਉੱਪਰ ਕਰਕੇ ਢੋਲ ਦੀ ਬੀਟ ਦੇ ਉੱਪਰ ਆਪਦੇ ਹਾਵ ਭਾਵਾਂ ਨੂੰ ਬੋਲੀਆਂ ਦੇ ਰੂਪ ਵਿੱਚ ਝੂਮ ਝੂਮ ਕੇ ਸਟੇਜ ਦੇ ਉੱਪਰ ਨੱਚਿਆ ਜਾਣ ਵਾਲਾ ਲੋਕ ਨਾਚ ਹੈ ਧਮਾਲ। ਅਤੇ ਅੱਗੇ ਹੈਗਾ ਝੂਮਰ। ਝੂਮਰ ਜਿਵੇਂ ਕਿ ਦਰਿਆਵਾਂ ਦਾ ਪਾਣੀ ਆਹਿਸਤਾ ਆਹਿਸਤਾ ਉੱਪਰ ਨੂੰ ਜਾਂਦਾ ਹੈ, ਨੀਚੇ ਬੈਠਦਾ ਹੈ ਅਤੇ ਉਹਦੇ ਵਿੱਚ ਛੀਂ ਛੀਂ ਦੀ ਆਵਾਜ਼ ਆਉਂਦੀ ਹੈ। ਉਸੇ ਤਰ੍ਹਾਂ ਹੀ ਪੰਜਾਬੀ ਲੋਕ ਨਾਚ ਝੂਮਰ ਨੂੰ ਨੱਚਿਆ ਜਾਂਦਾ ਹੈ। ਇਹਦੇ ਵਿੱਚ ਪਹਿਲਾਂ ਜਿਹੜਾ ਝੂਮਰ ਲੋਕ ਨਾਚ ਹੈ, ਬਾਹਾਂ ਨੂੰ ਉਲਾਰ ਕੇ ਬੜੇ ਹੀ ਲਚਕ ਦੇ ਨਾਲ ਮੋਢਿਆਂ, ਬਾਹਾਂ ਅਤੇ ਲੱਕ ਨੂੰ ਹਿਲਾ ਕੇ ਝੂਮਰ ਲੋਕ ਨਾਚ ਨੂੰ ਨੱਚਿਆ ਜਾਂਦਾ ਹੈ। ਇਹਦੇ ਵਿੱਚ ਜਿਉਂ ਹੀ ਆਹਿਸਤਾ ਆਹਿਸਤਾ ਤਾਲ ਉੱਠਦੀ ਹੈ ਤਾਂ ਉਵੇਂ ਹੀ ਲੋਕ ਨਾਚ ਝੂਮਰ ਤੇਜ਼ ਤੇਜ਼ ਵੀ ਨੱਚਿਆ ਜਾਂਦਾ ਹੈ। ਸੋ ਝੂਮਰ ਝੂਮ ਝੂਮ ਕੇ ਪਾਇਆ ਜਾਣ ਵਾਲਾ ਲੋਕ ਨਾਚ ਹੈ। ਭੰਗੜਾ ਹੈ। ਭੰਗੜਾ ਢੋਲ ਦੀ ਤੇਜ਼ ਬੀਟ ਦੇ ਉੱਪਰ ਕਾਟੋ, ਖੂੰਡੇ, ਸੱਪ ਆਦਿ ਲੋਕ ਸਾਜ਼ਾਂ ਦੀ ਸਹਾਇਤਾ ਦੇ ਨਾਲ ਬੜਾ ਹੀ ਤੇਜ਼ੀ ਦੇ ਨਾਲ, ਬੜੀ ਹੀ ਹਿੰਮਤ ਦੇ ਨਾਲ, ਬੜੀ ਹੀ ਫੁਰਤੀ ਦੇ ਨਾਲ, ਬੜੇ ਹੀ ਉਤਸ਼ਾਹ ਵਾਲੀਆਂ ਬੋਲੀਆਂ ਪਾ ਕੇ ਲੋਕ ਨਾਚ ਜਿਹੜਾ ਭੰਗੜਾ ਉਸ ਨੂੰ ਨੱਚਿਆ ਜਾਂਦਾ ਹੈ। ਲੁੱਡੀ ਲੋਕ ਨਾਚ ਦੇ ਵਿੱਚ ਔਰਤਾਂ ਅਤੇ ਮਰਦਾਂ ਦੀ ਇੱਕੋ ਹੀ ਇੱਕ ਸਰੀਰਕ ਲਚਕ ਦੇ ਨਾਲ ਪਾਇਆ ਜਾਣ ਵਾਲਾ, ਲਚਕ ਦੇ ਨਾਲ ਨੱਚਿਆ ਜਾਣ ਵਾਲਾ ਲੋਕ ਨਾਚ ਹੈ, ਜਿਸ ਦੇ ਵਿੱਚ ਪੰਜਾਬੀ ਗੱਭਰੂ ਜਦੋਂ ਸਟੇਜ ਦੇ ਉੱਪਰ ਲੁੱਡੀ ਪਾਉਂਦੇ ਨੇ ਤਾਂ ਆਪਣੇ ਦਿਲ ਦੀ ਗੱਲ ਨੂੰ ਬੜੀ ਢੋਲ ਬੀਟ ਦੇ ਨਾਲ, ਪੱਬਾ ਚੱਕ ਕੇ ਬੜੀ ਰਿਦਮ ਤਾਲ ਦੇ ਨਾਲ ਇਸ ਲੋਕ ਨਾਚ ਨੂੰ ਨੱਚਦੇ ਹਨ। ਸੋ ਆਓ ਅਸੀਂ ਇਹਨਾਂ ਲੋਕ ਨਾਚਾਂ ਨੂੰ ਹੁਣ ਡਿਟੇਲ ਦੇ ਵਿੱਚ ਜਾਣਦੇ ਹਾਂ ਕਿ ਪੰਜਾਬੀਆਂ ਦੇ ਜਿਹੜੇ ਮੁੱਖ ਲੋਕ ਨਾਚ ਨੇ ਮਲਵਈ ਗਿੱਧਾ, ਧਮਾਲ, ਝੂਮਰ, ਭੰਗੜਾ ਅਤੇ ਲੁੱਡੀ। ਸੋ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਜਾਣਦੇ ਹਾਂ। ਭੰਗੜਾ ਪੰਜਾਬੀ ਲੋਕ ਨਾਚ। ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਸਿੱਧ ਲੋਕ ਨਾਚ ਹੈ। ਇਸ ਵਿੱਚ ਤੜਕੇ ਦੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੋਸ਼ਾਕ ਪਹਿਨ ਕੇ ਅਲਵੇਲੇਪਣ ਵਿੱਚ ਜੋਸ਼, ਵੀਰਤਾ ਅਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਇਹਨਾਂ ਵਿੱਚ ਆਦਮ ਨਾਚ ਵਾਲੀ ਰੰਗਤ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਸੱਭਿਆਚਾਰ ਦੇ ਇਤਿਹਾਸਿਕ ਕਾਲਕ੍ਰਮ ਵਿੱਚ ਇਸ ਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ ਯੁੱਗ ਤੱਕ ਲੋਕ ਨਾਚ ਪੂਰਨ ਭਾਂਤ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਭੰਗੜਾ ਕਬੀਲੀ ਨਾਚ ਨਾ ਰਹਿ ਕੇ ਕਿਰਸਾਨੀ ਨਾਚ ਵਧੇਰੇ ਹੈ। ਇਸ ਧਾਰਨਾ ਸਦਕਾ ਇਸ ਲੋਕ ਨਾਚ ਦਾ ਫਸਲ ਨਾਚ ਜਾਂ ਵਿਸਾਖੀ ਨਾਚ ਪੈ ਗਿਆ। ਭੰਗੜਾ ਲੋਕ ਨਾਚ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਸਰਗੋਧਾ ਵਿੱਚ ਪ੍ਰਸਿੱਧ ਹੈ। ਭੰਗੜਾ ਲੋਕ ਨਾਚ ਢੋਲ ਦੀ ਤਾਲ 'ਤੇ ਨੱਚਿਆ ਜਾਂਦਾ ਹੈ। ਭੰਗੜੇ ਦੇ ਆਰੰਭ ਵਿੱਚ ਇਹ ਤਾਲ ਧੀਮੀ ਵੱਜਦੀ ਹੈ। ਭੰਗੜੇ ਦੇ ਤਾਲ 'ਤੇ ਅਨੁਕੂਲਨ ਪੈਰਾਂ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਇੱਕ ਰੂਪ ਵਿੱਚ ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾਅ ਕਰਦੇ ਹਨ।
ਭੰਗੜਾ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ। ਢੋਲ ਤੋਂ ਇਲਾਵਾ ਚਿਮਟਾ, ਡਾਂਗ, ਸੱਪ, ਕਾਟੋ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਸਿਆਲਕੋਟੀ ਭੰਗੜੇ ਵਿੱਚ ਝਲਕ ਹੱਥਾਂ ਵਿੱਚ ਡਾਂਗਾਂ ਅਤੇ ਸੀਸੀਆਂ ਕਰਕੇ ਪ੍ਰਸਿੱਧ ਰਹੀ ਹੈ। ਇਹ ਜਿਹੜਾ ਸਿਆਲਕੋਟ ਦਾ ਭੰਗੜਾ ਬੇਟਾ, ਇਹਦੇ ਵਿੱਚ ਹੱਥਾਂ ਵਿੱਚ ਡਾਂਗਾਂ ਅਤੇ ਸੀਸਿਆਂ ਕਰਕੇ ਪ੍ਰਸਿੱਧ ਰਹੀ ਹੈ। ਇਸ ਨੂੰ ਕਤਾਰਾਂ ਵਿੱਚ ਆਮੋ ਸਾਹਮਣੇ ਘੇਰੇ ਵਿੱਚ ਅੱਗੜ ਪਿਛੜ ਸੱਜੇ ਖੱਬੇ ਢੋਲ ਦੇ ਇਰਦ ਗਿਰਦ ਇੱਕ ਦੂਸਰੇ ਦੇ ਪੈਰਾਂ ਜਾਂ ਮੋਢਿਆਂ ਆਦਿ 'ਤੇ ਚੜ੍ਹ ਕੇ ਕਿਸੇ ਦਿਸ਼ਾ ਵੱਲ ਵੀ ਹੁਲਾਰੇ ਵਿੱਚ ਘੁੰਮਦੇ ਹੋਏ ਨਾਚ ਕਰ ਸਕਦੇ ਹਨ। ਆਮੋ ਸਾਹਮਣੇ ਜਾਂ ਜੋਟੇ ਦੇ ਰੂਪ ਵਿੱਚ ਦੋ ਨੱਚਦੇ ਹੋਏ ਗੱਭਰੂਆਂ ਤੋਂ ਕਦੇ ਕਦੇ ਇਸ ਤਰ੍ਹਾਂ ਜਾਪਣ ਲੱਗ ਜਾਂਦਾ ਹੈ ਜਿਵੇਂ ਕੋਈ ਖਾਸ ਮੁਕਾਬਲਾ ਹੋ ਰਿਹਾ ਹੋਵੇ। ਕਈ ਵਾਰ ਫੱਬਣ ਦੀ ਰੁਚੀ ਸਦਕਾ ਨਚਾਰ ਗਲਾਂ ਵਿੱਚ ਕੈਂਠੇ, ਬੁਗਤੀਆਂ, ਇਲਾਕੇ ਦੇ ਰਿਵਾਜ ਸਦਕਾ ਕੰਨਾਂ ਵਿੱਚ ਮੁਰਕੀਆਂ ਆਦਿ ਪਹਿਨ ਲੈਂਦੇ ਹਨ। ਨਿਰਸੰਦੇਹ ਭੰਗੜਾ ਪੰਜਾਬੀਆਂ ਦੇ ਹੌਸਲੇ, ਗੈਰਤ ਅਤੇ ਇੱਥੋਂ ਦੇ ਖੇਤੀ ਪ੍ਰਧਾਨ ਹਾਲ ਦੀ ਮੂੰਹੋਂ ਬੋਲਦੀ ਤਸਵੀਰ ਹੈ। ਸੋ ਅੱਗੇ ਅਸੀਂ ਇੱਕ ਚਿੱਤਰ ਰਾਹੀਂ ਤੁਹਾਡੇ ਨਾਲ ਇਹ ਪੇਸ਼ ਕਰਦੇ ਹਾਂ ਕਿ ਇਸ ਭੰਗੜੇ ਵਿੱਚ ਇਹਦੇ ਕਿਹੜੇ ਕਿਹੜੇ ਨਾਚ ਨੇ, ਇਹਨਾਂ ਦੇ ਕਿਹੜੇ ਕਿਹੜੇ ਨਾਮ ਨੇ। ਜਿਵੇਂ ਕਿ ਕਬੀਲੀ ਨਾਚ ਕਿਹਾ ਜਾਂਦਾ ਕਿ ਜਦੋਂ ਪਾਕਿਸਤਾਨ ਦੇ ਪੱਛਮੀ ਪਾਕਿਸਤਾਨ ਦੀ ਗੱਲ ਕਰੀਏ, ਜੋ ਸਾਡਾ ਪੁਰਾਣਾ ਪੰਜਾਬ ਹੈ, ਜਿੱਥੋਂ ਸਾਡੇ ਹੀਰ ਰਾਂਝੇ, ਸੋਹਣੀ ਮਹੀਵਾਲ, ਸੱਸੀ ਪੁੰਨੂ, ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ, ਰਹੁ ਰੀਤੀ ਰਿਵਾਜਾਂ ਸੰਸਕਾਰਾਂ ਦੀ ਗੱਲ ਕਰੀਏ, ਉਹ ਸਾਡੇ ਪੱਛਮੀ ਪੰਜਾਬ ਤੋਂ ਉਹਨਾਂ ਦਾ ਜਨਮ ਹੁੰਦਾ ਹੈ। ਇਹ ਕਬੀਲੀ ਨਾਚ ਵੀ ਕਿਹਾ ਜਾਂਦਾ ਕਿ ਜਦੋਂ ਇੱਕ ਖਿੱਤੇ ਦੇ, ਇੱਕ ਕਬੀਲੇ ਦੇ ਲੋਕ ਇੱਕ ਖਾਸ ਡਰੈਸ ਪਾ ਕੇ ਝੂਮ ਕੇ ਨੱਚਦੇ ਨੇ, ਇਸ ਨੂੰ ਪਹਿਲਾਂ ਕਬੀਲੀ ਨਾਚ ਵੀ ਕਿਹਾ ਜਾਂਦਾ ਸੀ ਭੰਗੜੇ ਨੂੰ। ਅਤੇ ਅੱਜੇ ਕਹੀਏ ਫਸਲ ਨਾਚ, ਅਤੇ ਜਦੋਂ ਫਸਲਾਂ ਪੱਕਦੀਆਂ ਤਾਂ ਖਾਸ ਖਿੱਤੇ ਦੇ ਵਿੱਚ ਜਿੱਥੇ ਕੋਈ ਫਸਲ ਪੱਕ ਕੇ ਤਿਆਰ ਹੋ ਜਾਂਦੀ, ਉਸ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਨੱਚਿਆ ਜਾਂਦਾ ਸੀ, ਤਾਂ ਭੰਗੜੇ ਨੂੰ ਪਹਿਲਾਂ ਫਸਲ ਨਾਚ ਵੀ ਕਿਹਾ ਜਾਂਦਾ ਸੀ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ, ਜਿਵੇਂ ਅੱਜ ਅਸੀਂ ਇੱਧਰਲੇ ਚੜ੍ਹਦੇ ਪੰਜਾਬ ਦੇ ਪੰਜਾਬੀ ਨੱਚਦੇ ਹਾਂ, ਤਾਂ ਇਹਨੂੰ ਵਿਸਾਖੀ ਨਾਚ ਵੀ ਕਿਹਾ ਜਾ ਸਕਦਾ ਕਿ ਫਸਲ ਦੀ ਜਿਸ ਦਿਨ ਵਾਢੀ ਸ਼ੁਰੂ ਕਰਦੇ ਹਾਂ, ਜਾਂ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਅਸੀਂ ਕਹਿੰਦੇ ਹਾਂ ਕਿ ਵਿਸਾਖ ਦੇ ਮਹੀਨੇ ਦੇ ਵਿੱਚ ਹੁੰਦੀ ਆ, ਅਤੇ ਖੁਸ਼ੀ ਉਤਸ਼ਾਹ ਇਹਦੇ ਨਾਲ ਜੁੜਿਆ ਹੋਇਆ ਹੈ। ਮੇਨ ਜਿਹੜੇ ਪੰਜਾਬੀ ਨੇ ਫਸਲ ਕੱਟਣ ਦੀ ਖੁਸ਼ੀ ਦੇ ਵਿੱਚ ਆਪਣੀ ਫਸਲ ਦੇ ਵਿੱਚ ਖੜ੍ਹ ਕੇ ਇਸ ਲੋਕ ਨਾਚ ਨੂੰ ਨੱਚਦੇ ਨੇ। ਇਹਨੂੰ ਵਿਸਾਖੀ ਦਾ ਨਾਚ ਵੀ ਕਿਹਾ ਜਾਂਦਾ ਹੈ। ਕਿਰਸਾਨੀ ਨਾਚ, ਜੇ ਅਸੀਂ ਕਿਹਾ ਜਾਵੇ ਉੱਪਰ ਸਾਰੇ ਜਿਹੜੇ ਕਬੀਲੇ ਦੇ ਜਾਂ ਫਸਲਾਂ ਨਾਲ ਜਾਂ ਵਿਸਾਖੀ ਨਾਲ ਸੰਬੰਧਿਤ ਜਿਹੜੇ ਲੋਕ ਨੇ, ਇਹ ਸਾਰੇ ਕਿਰਸਾਨ ਨੇ। ਕਿਹਾ ਜਾਂਦਾ ਹੈ ਕਿ ਜਿਹੜਾ ਭੰਗੜਾ ਹੈ ਇਹ ਕਿਰਸਾਨਾਂ ਦਾ ਨਾਚ ਹੈ, ਖੇਤੀ ਕਰਨ ਵਾਲੇ ਲੋਕਾਂ ਦਾ ਨਾਚ ਹੈ, ਇਹ ਮਿਹਨਤੀ ਕਿਰਤੀ ਕਾਮਿਆਂ ਦਾ ਲੋਕ ਨਾਚ ਹੈ। ਸੋ ਲੋਕ ਨਾਚ ਭੰਗੜਾ ਦੇ ਜਿਹੜੇ ਵੱਖ-ਵੱਖ ਚਾਰ ਨਾਮ ਨੇ: ਕਬੀਲੀ ਨਾਚ, ਫਸਲ ਨਾਚ, ਵਿਸਾਖੀ ਨਾਚ ਅਤੇ ਕਿਰਸਾਨੀ ਨਾਚ। ਸੋ ਆਓ ਆਪਾਂ ਇਹਦੇ ਭੰਗੜੇ ਦੀ ਤਾਲ ਦੀ ਜੇਕਰ ਗੱਲ ਕਰੀਏ, ਇਹਦੀ ਜਦੋਂ ਢੋਲ ਦੀ ਬੀਟ ਵੱਜਦੀ ਆ, ਅਤੇ ਜਿਹੜੇ ਫੋਕ ਔਰਕੈਸਟਰਾ ਦੇ ਸਟੂਡੈਂਟ ਨੇ ਜਾਂ ਜਿਨ੍ਹਾਂ ਨੂੰ ਇੰਸਟਰੂਮੈਂਟ ਦੀ ਕੋਈ ਨੌਲੇਜ ਆ, ਉਹ ਬੱਚੇ ਇਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਭੰਗੜੇ ਦੀ ਤਾਲ ਕੀ ਹੁੰਦੀ ਆ। ਦਿਨ ਧਨਾ ਦਿਨ ਦਿਨ ਤਨਾ ਕਤ, ਦਿਨ ਤਨਾ ਦਿਨ ਦਿਨ ਤਨਾ ਤੱਕ। ਇਹਨੂੰ ਅਸੀਂ ਜਦੋਂ ਉਹਨੂੰ ਪਾਉਂਦੇ ਹੋਏ ਦਿਨ ਢੋਲ ਦੇ ਉੱਪਰ ਜਦੋਂ ਡਗਾ ਵੱਜਦਾ, ਉਹ ਇੱਕ ਵਾਰ ਵੱਜਦਾ, ਉਹਨੂੰ ਦਿਨ। ਜਦੋਂ ਧਨਾ ਉਹਦੇ ਵਿੱਚ 2 ਤੋਂ 3 ਵਾਰ ਵੱਜਦਾ, ਧੰਨ ਧੰਨ ਧੰਨ, ਫਿਰ ਦਿਨ ਦਿਨ, ਇਹਨੂੰ 4 ਵਾਰ, ਫਿਰ 5 ਵਾਰ ਦਿਨ ਦਿਨ ਵੱਜਦਾ, ਫਿਰ ਤਨਾ ਤਨਾ। ਉਹਦੇ ਵਿੱਚ ਜਿਹੜੀ ਬੀਟ ਆ ਬੇਟਾ 6 ਤੋਂ 7 ਵਾਰ ਵੱਜਦੀ ਆ। ਫਿਰ ਕੱਤ ਕੱਤ, ਉਹ 8 ਵਾਰ ਵੱਜਦਾ। ਧੰਗ ਤੱਕ ਤੱਕ ਤੱਕ, ਜਦੋਂ ਢੋਲ ਵੱਜਦਾ ਜਿਵੇਂ ਅਸੀਂ ਦੇਖਦੇ ਹਾਂ, ਉਹਦੀ ਬੀਟ ਆ ਬੇਟਾ। ਇਹ ਸਾਰੀ ਬੀਟ ਨੂੰ ਜਦੋਂ ਅਸੀਂ ਥੋੜ੍ਹੀ ਤੋਂ ਸਲੋਅ ਤੋਂ ਤੇਜ਼ ਕਰਦੇ ਹਾਂ, ਤਾਂ ਇਹ ਉਹ ਬੀਟ ਬਣ ਕੇ ਤੁਹਾਡੇ ਕੰਨਾਂ ਨੂੰ ਸੁਣਾਈ ਦਿੰਦੀ ਹੈ ਕਿ ਜਦੋਂ ਕਿਤੇ ਭੰਗੜੇ ਦਾ ਢੋਲ ਦਾ ਡਗਾ ਵੱਜਦਾ ਅਤੇ ਸਾਡੇ ਪੈਰ ਥਰਕਣ ਲੱਗਦੇ ਨੇ। ਸੋ ਇਹ ਬੇਟਾ ਭੰਗੜੇ ਦੀ ਤਾਲ ਆ ਕਿ ਕਿਹੜੀ ਬੀਟ ਦੇ ਉੱਪਰ ਭੰਗੜਾ ਸਟਾਰਟ ਹੁੰਦਾ ਹੈ। ਢੋਲ ਦੇ ਉੱਪਰ ਵੱਜਣ ਵਾਲੀ ਇਹ ਤਾਲ ਦਾ ਤੁਹਾਨੂੰ ਸ਼ਾਬਦਿਕ ਰੂਪ ਦਿਖਾਇਆ। ਭੰਗੜੇ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਭੰਗੜਾ ਹਰ ਖੁਸ਼ੀ ਦੇ ਮੌਕੇ 'ਤੇ ਕਿਸੇ ਵੀ ਥਾਂ ਪਾਇਆ ਜਾ ਸਕਦਾ ਹੈ, ਇਸ ਲਈ ਕਿਸੇ ਖਾਸ ਉਚੇਚ ਦੀ ਲੋੜ ਨਹੀਂ ਹੁੰਦੀ। ਭੰਗੜੇ ਵਿੱਚ ਢੋਲ ਤੋਂ ਇਲਾਵਾ ਚਿਮਟਾ, ਡਾਂਗ, ਕਾਟੋ, ਸੱਪ ਆਦਿ ਸਾਜ਼ ਵਰਤੇ ਜਾਂਦੇ ਹਨ।
ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਤ ਨਹੀਂ ਹੁੰਦੀ। ਹੁਣ ਬੇਟਾ ਨੱਚਣ ਵਾਲੇ ਨੂੰ ਨਚਾਰ ਕਿਹਾ ਜਾਂਦਾ ਸੀ ਪਹਿਲਾਂ, ਜਿਵੇਂ ਅੱਜ ਕੱਲ੍ਹ ਕੋਈ ਜੇ ਔਰਕੈਸਟਰਾ ਦੇ ਵਿੱਚ ਨੱਚਦਾ ਤਾਂ ਕਹਿਣਗੇ ਕੀ ਨਚਾਰਾਂ ਨਾਲ ਰਲ ਗਿਆ, ਅਤੇ ਅੱਜ ਦੇ ਕਲਚਰ 'ਚ ਇਹਨੂੰ ਨਚਾਰ ਸ਼ਬਦ ਨੂੰ ਬਹੁਤ ਛੋਟਾ ਸਮਝਿਆ ਜਾਂਦਾ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਨੱਚਦੀ ਸੀ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕ ਖੜ੍ਹ ਕੇ ਵੇਖਦੇ ਸੀ, ਕਿਉਂਕਿ ਉਹਨਾਂ ਲੋਕਾਂ ਨੂੰ ਸਮਝ ਨਹੀਂ ਸੀ ਹੁੰਦੀ ਤਾਲ ਬੀਟ ਦੀ। ਜਦੋਂ ਕੋਈ ਨੱਚਦਾ ਤਾਂ ਬੜੀਆਂ ਤਾੜੀਆਂ ਲਾਉਂਦੇ ਅਤੇ ਨੱਚਦੇ ਲੋਕਾਂ ਨੂੰ ਵੇਖ ਕੇ ਲੋਕਾਂ 'ਚ ਵੀ ਉਸ ਲੋਕ ਨਾਚ ਨੂੰ ਨੱਚਣ ਦੀ ਜਿਹੜੀ ਇੱਛਾ ਜਾਗਰੂਕ ਹੁੰਦੀ ਸੀ, ਉਹ ਇੱਛਾ ਰੱਖਦੀ ਸੀ ਅਸੀਂ ਵੀ ਨੱਚੀਏ। ਪਰ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਜਿਹੜੀ ਇਹ ਸਾਡੇ ਲੋਕ ਨਾਚਾਂ ਪ੍ਰਤੀ ਸਾਡਾ ਜਿਹੜਾ ਪਿਆਰ ਆ, ਉਤਸ਼ਾਹ ਹੈ, ਉਹ ਘਟਦਾ ਜਾ ਰਿਹਾ। ਸਾਡੀ ਆਉਣ ਵਾਲੀ ਜਿਹੜੀ 2000 ਅਸੀਂ ਗੱਲ ਕਰੀਏ ਹੁਣ 22 ਚੱਲ ਰਿਹਾ, ਆਉਣ ਵਾਲੇ ਜਿਹੜੇ 10 ਜਾਂ 12 ਸਾਲ ਨੇ ਉਹਨਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਿੱਥੇ ਪੰਜਾਬੀ ਮਾਤ ਭਾਸ਼ਾ ਅਸੀਂ ਸਿਖਾ ਰਹੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਭੰਗੜਾ ਲੋਕ ਨਾਚ ਆ ਜਾਂ ਸੰਮੀ ਲੁੱਡੀ ਜੋ ਵੀ ਧਮਾਲਾਂ ਅਸੀਂ ਉੱਪਰ ਜ਼ਿਕਰ ਕੀਤਾ, ਇਹ ਲੋਕ ਨਾਚ ਵੀ ਸਾਨੂੰ ਸਾਡੇ ਬੱਚਿਆਂ ਨੂੰ ਕੋਚਿੰਗ ਦੇ ਕੇ ਜਾਂ ਟਿਊਸ਼ਨਾਂ ਦੇ ਉੱਪਰ ਜਾ ਕੇ ਸਿਖਾਉਣੇ ਪੈਣਗੇ ਕਿ ਇਹ ਲੋਕ ਨਾਚ ਇਸ ਤਰ੍ਹਾਂ ਦੇ ਸੀ ਜਾਂ ਇਸ ਤਰ੍ਹਾਂ ਇਹ ਲੋਕ ਨਾਚ ਜਿਹੜੇ ਨੱਚੇ ਜਾਂਦੇ ਨੇ। ਸੋ ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਤ ਨਹੀਂ ਹੁੰਦੀ, ਨੱਚਣ ਵਾਲੇ ਨੂੰ ਨਚਾਰ ਕਿਹਾ ਜਾਂਦਾ। ਭੰਗੜੇ ਲਈ ਕਿਸੇ ਖਾਸ ਪੁਸ਼ਾਕ ਦੀ ਵੀ ਜ਼ਰੂਰਤ ਨਹੀਂ ਹੁੰਦੀ, ਪਰ ਅੱਜ ਕੱਲ੍ਹ ਦਾ ਜਿਹੜਾ ਭੰਗੜਾ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਕੱਪੜੇ ਨੇ, ਸਿਰ 'ਤੇ ਤੁਰਲੇ ਵਾਲੀ ਪੱਗ ਹੁੰਦੀ ਹੈ, ਕੈਂਠਾ ਤਵੀਤੀ ਪਾਈ ਜਾਂਦੀ ਹੈ ਅਤੇ ਜੈਕਟ ਪਾਈ ਜਾਂਦੀ ਹੈ, ਕਲੀਆਂ ਵਾਲਾ ਕੁੜਤਾ ਪਾਇਆ ਜਾਂਦਾ, ਚਾਦਰਾ ਪਾਇਆ ਜਾਂਦਾ, ਹੱਥਾਂ ਵਿੱਚ ਛੰਮਾਂ ਵਾਲੀ ਡਾਂਗ ਹੁੰਦੀ ਹੈ, ਪੈਰਾਂ ਦੇ ਵਿੱਚ ਕੱਢਵੀਂ ਜੁੱਤੀ ਹੁੰਦੀ ਹੈ, ਅਤੇ ਦੇਖਿਆ ਜਾਂਦਾ ਕਿ ਬੜਾ ਇਹ ਇੱਕ ਅਸੀਂ ਕਹਿੰਦੇ ਅਮੀਰ ਵਿਰਸੇ ਨੂੰ ਪ੍ਰਸਤੁਤ ਕਰਦਾ ਜਿਹੜਾ ਭੰਗੜਾ। ਸੋ ਵੈਸੇ ਜੇ ਪੁਰਾਤਨ ਭੰਗੜੇ ਦੇ ਵਿੱਚ ਪਿਛੋਕੜ ਝਾਤ ਮਾਰੀਏ ਤਾਂ ਉੱਥੇ ਵੀ ਕੁੜੀਆਂ ਦੇ ਲੋਕ ਨਾਚਾਂ ਦੀ ਤਰ੍ਹਾਂ ਇਹਦੇ ਵਿੱਚ ਵੀ ਕੋਈ ਖਾਸ ਪੁਸ਼ਾਕ, ਕੋਈ ਖਾਸ ਮੌਕੇ ਜਾਂ ਕਿਸੇ ਖਾਸ ਥਾਂ ਨੂੰ ਤਵੱਜੋ ਨਹੀਂ ਦਿੱਤੀ ਗਈ। ਸਜਣ ਫਵਣ ਲਈ ਪੱਗ, ਜੇ ਕਿਹਾ ਜਾਵੇ ਕਿ ਜੇ ਭੰਗੜਾ ਪਾਉਣ ਲੱਗੇ ਕਈ ਮੁੰਡੇ ਗੱਭਰੂ ਪੁਰਾਣੇ ਸਮਿਆਂ 'ਚ ਤਿਆਰ ਹੁੰਦੇ ਸੀ ਤਾਂ ਕੀ ਕਰਦੇ, ਸਜਣ ਫਵਣ ਲਈ ਪੱਗ, ਝੱਗਾ ਜਿਹੜਾ ਸ਼ਰਟ ਆ ਬੇਟਾ ਅਸੀਂ ਕਹਿੰਦੇ ਹਾਂ, ਝੱਗਾ, ਚਾਦਰਾ ਜਿਹੜਾ ਅਸੀਂ ਨੀਚੇ ਲੱਕ 'ਤੇ ਬੰਨ੍ਹਦੇ ਹਾਂ, ਗਲ ਵਿੱਚ ਕੈਂਠੇ ਪਾ ਲੈਣੇ, ਬੁਗਤੀਆਂ, ਕੰਨਾਂ ਵਿੱਚ ਮੁਰਕੀਆਂ ਬਿਨਾਂ ਕਿਸੇ ਉਚੇਚ ਦੇ ਪਹਿਨ ਲਈਆਂ ਜਾਂਦੀਆਂ ਸਨ। ਬਿਨਾਂ ਕਿਸੇ ਰੋਕ ਟੋਕ ਤੋਂ ਪਾ ਲੈਂਦੇ ਸੀ ਕਿ ਅਸੀਂ ਸੋਹਣੇ ਲੱਗਾਂਗੇ। ਬਿਨਾਂ ਕਿਸੇ ਕਰੜੀ ਨਿਯਮਾਵਲੀ ਤੋਂ, ਕਿਸੇ ਖਾਸ ਨਿਯਮਬੱਧ ਸਿਖਲਾਈ ਤੋਂ ਬਿਨਾਂ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾ ਸਕਦਾ। ਜੇ ਭੰਗੜੇ ਦੀ ਗੱਲ ਕਰੀਏ, ਢੋਲ ਵੱਜਦਾ ਹੋਵੇ, ਕਿਸੇ ਨੂੰ ਭੰਗੜਾ ਆਉਂਦਾ ਜਾਂ ਨਹੀਂ ਆਉਂਦਾ, ਉਹਦੇ ਮਨ ਦੀ ਖੁਸ਼ੀ ਜਦੋਂ ਢੋਲ ਦੀ ਬੀਟ ਵੱਜਦੀ ਹੈ ਆਟੋਮੈਟਿਕਲੀ ਉਹ ਜਿਹੜਾ ਝੂਮ ਕੇ ਢੋਲ ਦੇ ਉੱਪਰ ਨੱਚਣ ਲੱਗ ਜਾਂਦਾ। ਸੋ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਵੀ ਬੰਦਿਆਂ ਨੂੰ ਖੁਸ਼ੀ ਦਾ ਮੌਕਾ ਮਿਲਦਾ ਤਾਂ ਉਹ ਝੂਮ ਕੇ ਨੱਚਦੇ ਨੇ। ਪੁਰਾਣੇ ਸਮਿਆਂ ਵਿੱਚ ਵੀ ਇਹ ਲੋਕ ਨਾਚ ਇਸੇ ਤਰ੍ਹਾਂ ਨੱਚਿਆ ਜਾਂਦਾ ਸੀ, ਪਰ ਬਾਅਦ ਦੇ ਵਿੱਚ ਭੰਗੜੇ ਦੀਆਂ ਵੱਖ-ਵੱਖ ਜਿਹੜੀਆਂ ਸਰੀਰਕ ਮੁਦਰਾਵਾਂ ਸੀ ਉਹਨੂੰ ਇਕੱਠੀਆਂ ਕਰਕੇ ਇੱਕ ਲੋਕ ਨਾਚ ਦਾ ਨਾਮ ਦਿੱਤਾ ਕਿ ਇਹਦੇ ਵਿੱਚ ਇਹਨਾਂ ਬੀਟਾਂ ਦੇ ਉੱਪਰ ਇਹ ਮੁਦਰਾਵਾਂ ਕਰਕੇ ਜਦੋਂ ਅਸੀਂ ਨੱਚਦੇ ਹਾਂ, ਜਿਹੜਾ ਅੱਜ ਕੱਲ੍ਹ ਸਟੇਜਾਂ ਦੇ ਉੱਪਰ ਭੰਗੜੇ ਦਾ ਰੂਪ ਹੈ, ਜਿਵੇਂ ਉਹਦੇ ਵਿੱਚ ਲੁੱਡੀ ਵੀ ਪੈਂਦੀ ਆ, ਧਮਾਲ ਵੀ ਪੈਂਦੀ ਆ, ਝੂਮਰ ਵੀ ਪੈਂਦਾ ਅਤੇ ਸੰਮੀ ਵੀ ਪੈਂਦੀ ਆ। ਇਹਨਾਂ ਸਾਰੇ ਲੋਕ ਨਾਚਾਂ ਨੂੰ ਜਦੋਂ ਬੋਲੀਆਂ ਦੇ ਮੁਤਾਬਕ ਇੱਕ ਸੀਕੁਐਂਸ ਚਲਾ ਕੇ ਅਸੀਂ ਸਟੇਜ ਦੇ ਉੱਪਰ ਨੱਚਦੇ ਹਾਂ ਤਾਂ ਅਸੀਂ ਕਹਿੰਦੇ ਕਿ ਲੋਕ ਨਾਚ ਭੰਗੜਾ ਪੈ ਰਿਹਾ। ਅਤੇ ਜੇਕਰ ਅਸੀਂ ਭੰਗੜੇ ਦੀ ਗੱਲ ਕਰੀਏ, ਜਿਹੜਾ ਲੋਕਾਂ ਦੇ ਵਿੱਚ ਨੱਚਿਆ ਜਾਣ ਵਾਲਾ ਲੋਕ ਨਾਚ ਭੰਗੜਾ, ਉਹਨੂੰ ਕਿਤੇ ਵੀ ਪਾਇਆ ਜਾ ਸਕਦਾ ਸੀ। ਉਹਦੇ ਲਈ ਕੋਈ ਵੀ ਕੱਪੜਾ ਉਹ ਪਹਿਨ ਕੇ ਅਸੀਂ ਨੱਚ ਸਕਦੇ ਸੀ। ਪਰ ਜਿਹੜਾ ਅਸੀਂ ਅੱਜ ਕੱਲ੍ਹ ਸਟੇਜਾਂ ਉੱਪਰ ਵੇਖਦੇ ਹਾਂ, ਉਹਦੇ ਲਈ ਡਰੈਸ, ਤੁਹਾਡੇ ਸਟੈਪ, ਤੁਹਾਡੀ ਤਾਲ, ਤੁਹਾਡੀ ਬੀਟ, ਤੁਹਾਡਾ ਰਿਦਮ 'ਚ ਨੱਚਣਾ, ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕੀਤਾ ਜਾਂਦਾ। ਪਰ ਜੇ ਅਸੀਂ ਪੁਰਾਣੇ ਲੋਕ ਨਾਚ ਭੰਗੜੇ ਦੀ ਗੱਲ ਕਰੀਏ ਤਾਂ ਉਸ ਨੂੰ ਜਿਵੇਂ ਕੁੜੀਆਂ ਕਿਤੇ ਵੀ ਨੱਚ ਲੈਂਦੀਆਂ ਸਨ, ਇਸ ਤਰ੍ਹਾਂ ਉਸ ਲੋਕ ਨਾਚ ਨੂੰ ਨੱਚਿਆ ਜਾ ਸਕਦਾ ਸੀ। ਭੰਗੜੇ ਦੀਆਂ ਮੁਦਰਾਵਾਂ, ਜਦੋਂ ਇਹ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ, ਕਿੱਦਾਂ ਦੀਆਂ ਮੁਦਰਾਵਾਂ ਹੁੰਦੀਆਂ ਨੇ, ਸਰੀਰਕ ਸਟਰਕਚਰ ਕਿੱਦਾਂ ਦਾ ਹੁੰਦਾ, ਕਿੱਦਾਂ ਸਰੀਰ ਨੂੰ ਮੋੜਿਆ ਜਾਂਦਾ ਹੈ ਅਤੇ ਕਿੱਦਾਂ ਸਰੀਰਕ ਜਿਹੜੀਆਂ ਕਿਰਿਆਵਾਂ ਅਸੀਂ ਕਰਦੇ ਹਾਂ। ਉੱਪਰੋਂ ਅਸੀਂ ਖੱਬੇ ਹੱਥ ਤੋਂ ਪੜ੍ਹਦੇ ਹਾਂ ਕਿ ਇਸ ਨੂੰ ਕਤਾਰ ਵਿੱਚ, ਲਾਈਨ ਦੇ ਵਿੱਚ, ਆਮੋ ਸਾਹਮਣੇ, ਇੱਕ ਦੂਜੇ ਦੇ ਆਮਣੇ ਸਾਹਮਣੇ, ਘੇਰੇ ਵਿੱਚ, ਅੱਗੜ ਪਿੱਛੜ, ਇਸੇ ਦੇ ਅੱਗੇ ਪਿੱਛੇ ਖੜ੍ਹ ਕੇ, ਢੋਲੀ ਦੇ ਇਰਦ ਗਿਰਦ, ਢੋਲੀ ਨੂੰ ਸੈਂਟਰ 'ਚ ਰੱਖ ਕੇ ਉਹਦੇ ਆਲੇ ਦੁਆਲੇ ਖੜ੍ਹ ਕੇ, ਇਸ ਤਰ੍ਹਾਂ ਇਹਨੂੰ ਪੋਜੀਸ਼ਨਾਂ ਦੇ ਵਿੱਚ ਭੰਗੜੇ ਨੂੰ ਪਾਉਂਦੇ ਹਾਂ। ਪਰ ਜਿਹੜਾ ਅੱਜ ਕੱਲ੍ਹ ਦਾ ਲੋਕ ਨਾਚ ਹੈ, ਇਹਦੇ ਵਿੱਚ ਸਟੇਜ ਦੇ ਸੱਜੇ ਜਾਂ ਖੱਬੇ ਹੱਥ ਜਿਹੜਾ ਢੋਲੀ ਹੈ ਉਹਦੇ ਕੋਲ ਅਲਗੋਜਿਆਂ ਵਾਲਾ ਖੜ੍ਹਦਾ ਹੈ, ਅਤੇ ਬਾਕੀ ਜਿਹੜੀ ਯੂ ਸ਼ੇਪ ਦੇ ਵਿੱਚ ਜਿਹੜੀ ਇਹ ਭੰਗੜਾ ਟੀਮ ਇਹਨੂੰ ਨੱਚਦੀ ਆ, ਸਟੇਜ ਵੱਲ ਮੂੰਹ ਹੁੰਦਾ। ਵੈਸੇ ਇਹਨੂੰ ਗੋਲ ਝਾਰੇ ਤੋਂ ਇਹ ਭੰਗੜਾ ਸ਼ੁਰੂ ਹੁੰਦਾ ਅਤੇ ਉਸ ਤੋਂ ਬਾਅਦ ਇਹ ਯੂ ਟੈਪ ਜਿਹੜੇ ਸਾਰੇ ਮੁੰਡੇ ਯੂ ਬਣਾ ਕੇ ਖੜ੍ਹਦੇ ਨੇ, ਦੋ ਦੋ ਦੀਆਂ ਜੋੜੀਆਂ ਵਿਚਕਾਰ ਆ ਕੇ ਬੋਲੀ ਦੇ ਅਨੁਸਾਰ ਡਾਂਸ ਕਰਦੀਆਂ ਨੇ। ਇਹ ਲਗਭਗ ਕੁੜੀਆਂ ਦੇ ਗਿੱਧੇ ਦੀ ਤਰ੍ਹਾਂ ਹੀ ਲੋਕ ਨਾਚ ਭੰਗੜੇ ਨੂੰ ਨੱਚਿਆ ਜਾਂਦਾ ਅੱਜ ਦੀਆਂ ਸਟੇਜਾਂ ਦੇ ਵਿੱਚ। ਲੋਕ ਨਾਚ ਭੰਗੜੇ ਦੀ ਪੁਰਾਣੀ ਅਸੀਂ ਜੇਕਰ ਇਤਿਹਾਸਕ ਝਾਤ ਮਾਰਦੇ ਹਾਂ ਤਾਂ ਇਸ ਨੂੰ ਇਸ ਤਰ੍ਹਾਂ ਨੱਚਿਆ ਜਾਂਦਾ ਸੀ, ਇਹ ਇਹਦੇ ਰੂਪ ਸਨ। ਲੋਕ ਨਾਚ ਢੋਲ ਦੀ ਤਾਲ 'ਤੇ ਨੱਚਿਆ ਜਾਂਦਾ ਹੈ। ਇਹ ਢੋਲ ਦੀ ਤਾਲ ਬੀਟ ਨਾਲ ਚੱਲਦਾ ਹੈ।
ਆਰੰਭ ਵਿੱਚ ਇਹ ਤਾਲ ਧੀਮੀ ਵੱਜਦੀ ਹੈ। ਆਰੰਭ ਜਿਹੜਾ ਭੰਗੜੇ ਦੀ ਸ਼ੁਰੂਆਤ ਆ ਉਹ ਬੜੀ ਹਲਕੀ ਬੀਟ ਤੋਂ ਹੁੰਦੀ ਹੈ ਅਤੇ ਜਿਉਂ-ਜਿਉਂ ਬੋਲੀਆਂ ਤੇਜ਼ ਹੁੰਦੀਆਂ ਨੇ, ਢੋਲ ਦੀ ਬੀਟ ਤੇਜ਼ ਹੁੰਦੀ ਆ, ਭੰਗੜੇ ਦੇ ਵਿੱਚ ਵੀ ਤੇਜ਼ੀ ਉਸੇ ਤਰ੍ਹਾਂ ਆਉਂਦੀ ਜਾਂਦੀ ਹੈ। ਕਿਸੇ ਵੀ ਦਿਸ਼ਾ ਵੱਲ ਹੁਲਾਰੇ ਵਿੱਚ ਘੁੰਮਦੇ ਹੋਏ, ਕਿਸੇ ਵੀ ਦਿਸ਼ਾ ਵੱਲ ਮੂੰਹ ਕਰਕੇ ਹੁਲਾਰੇ ਮਾਰ ਕੇ ਨੱਚਿਆ ਜਾ ਸਕਦਾ ਹੈ। ਇੱਕ ਦੂਜੇ ਦੇ ਪੱਟਾਂ ਅਤੇ ਮੋਢਿਆਂ 'ਤੇ ਚੜ੍ਹ ਕੇ ਵੀ ਇਹ ਲੋਕ ਨਾਚ ਨੂੰ ਪੁਰਾਣੇ ਸਮਿਆਂ ਵਿੱਚ ਨੱਚਿਆ ਜਾਂਦਾ ਸੀ। ਅੱਜ ਵੀ ਇਹਦੀਆਂ ਕੁਝ ਝਾਕੀਆਂ ਅਸੀਂ ਅੱਜ ਦੇ ਭੰਗੜੇ ਦੇ ਵਿੱਚ ਵੇਖਦੇ ਹਾਂ। ਤਾਲ ਦੇ ਅਨੁਕੂਲ ਪੈਰਾਂ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਇੱਕ ਰੂਪ ਵਿੱਚ ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾਅ ਹੁੰਦਾ। ਇਹਦੇ ਵਿੱਚ ਬੇਟਾ ਤਾਲ ਵੱਜਦੀ ਆ ਢੋਲ ਦੀ, ਸਰੀਰ ਦੇ ਅੰਗਾਂ ਨੂੰ ਹਿਲਾਉਣੇ ਮਾਰੇ ਜਾਂਦੇ ਨੇ, ਕਿਤੇ ਮੋਢੇ ਹਿਲਦੇ ਨੇ, ਕਿਤੇ ਤੁਹਾਡੇ ਪੱਬਿਆਂ ਦੀ ਜਿਹੜੀ ਇਹਦੇ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਅਤੇ ਇਹਦੇ ਵਿੱਚ ਬਹੁਤ ਘੱਟ ਆ ਜਿਹੜੀ ਅੱਡੀ ਲੱਗਦੀ ਹੈ। ਜ਼ਿਆਦਾਤਰ ਜਿਹੜਾ ਭੰਗੜਾ ਉਹ ਪੱਬਿਆਂ ਦੇ ਉੱਪਰ ਹੀ ਪੈਂਦਾ ਅਤੇ ਜਿਹੜੇ ਤੁਹਾਡੇ ਹੱਥ ਦੀਆਂ, ਤੁਹਾਡੀਆਂ ਗਰਦਨ ਦੀਆਂ, ਤੁਹਾਡੀਆਂ ਅੱਖਾਂ ਦੇ ਇਸ਼ਾਰੇ, ਤੁਹਾਡੇ ਚਿਹਰੇ ਦੀ ਸਮਾਈਲ ਅਤੇ ਇਹ ਸਾਰੀ ਚੀਜ਼ ਇਸ ਮੁਦਰਾਵਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਾਮਿਲ ਹੈ। ਸੋ ਇਹ ਸਨ ਭੰਗੜੇ ਦੀਆਂ ਮੁਦਰਾਵਾਂ। ਆਓ ਅਸੀਂ ਗੱਲ ਕਰਦੇ ਹਾਂ ਪੰਜਾਬੀ ਲੋਕ ਨਾਚ ਝੂਮਰ ਦੀ। ਸੋ ਪੰਜਾਬੀ ਲੋਕ ਨਾਚ ਝੂਮਰ ਨੂੰ ਆਪਾਂ ਵੀਡੀਓ ਦੇ ਇਸ ਭਾਗ ਨੰਬਰ 5 ਦੇ ਵਿੱਚ ਝੂਮਰ ਲੋਕ ਨਾਚ ਦੀ ਗੱਲ ਕਰਦੇ ਹਾਂ। ਸੋ ਭੰਗੜੇ ਨਾਲ ਸੰਬੰਧਿਤ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਝੂਮਰ ਲੋਕ ਨਾਚ ਬਾਰੇ ਜਾਣਨ ਲਈ ਤੁਸੀਂ ਇਸ ਵੀਡੀਓ ਦੇ ਭਾਗ ਨੰਬਰ 5 ਨੂੰ ਜ਼ਰੂਰ ਦੇਖਣਾ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ।